ਭਾਵੇਂ ਦੇਸ਼ ਦੀਆਂ ਔਰਤਾਂ ਨੂੰ ਬਰਾਬਰੀ ਦਾ ਦਰਜਾ ਦੇਣ ਦੇ ਦਾਅਵੇ ਕੀਤੇ ਜਾਂਦੇ ਨੇ, ਪਰ ਇਹ ਦਾਅਵੇ ਉਸ ਵੇਲੇ ਫੋਕੇ ਜਾਪਦੇ ਨੇ ਜਦੋਂ ਕਾਨੂੰਨ ਦੀ ਪਰਵਾਹ ਨਾ ਕਰਦਿਆਂ ਕਿਸੇ ਔਰਤ ਦੀ ਅਸਮਤ ਦੇ ਨਾਲ ਖਿਲਵਾੜ ਕੀਤਾ ਜਾਂਦਾ ਹੈ। ਹੱਦ ਤਾਂ ਉਦੋਂ ਮੁੱਕ ਜਾਂਦੀ ਹੈ ਜਦੋਂ ਪੀੜਤ ਨੂੰ ਇਨਸਾਫ ਨਹੀਂ ਮਿਲਦਾ। ਕੁਝ ਅਜਿਹਾ ਹੀ ਹੋ ਰਿਹਾ ਹੈ ਸਰੀਰਕ ਸ਼ੋਸ਼ਣ ਕਾਰਨ ਆਈਟੀਬੀਪੀ ਤੋਂ ਅਸਤੀਫਾ ਦੇ ਚੁੱਕੀ ਮਹਿਲਾ ਕਮਾਂਡੈਂਟ ਕਰੁਣਾਜੀਤ ਕੌਰ ਦੇ ਨਾਲ। ਐਸੇ ਤੇ ਵੇਖੋ ਸਾਡੀ ਅਗਲੀ ਖਾਸ ਪੇਸ਼ਕਸ਼, ਕਰੁਣਾਜੀਤ ਨੂੰ ਦਿਓ ਇਨਸਾਫ। जो असिस्टेंट कमांडेंट पोस्ट पे थी, तो एक बहुत ही हमारे बड़े पत्रकार दलजीत सिंह ने ये बात उठाई। सर, जब ऑफिसर्स के साथ ये हो रहा है, जब एक ऑफिसर अपनी इज्जत नहीं बचा सक रहा, बड़े बड़े ऑफिसर, तो एक कांस्टेबल के साथ क्या होगा? एक इंक्वायरी इस केस च कराण किसी इंडिपेंडेंट बाहरली एजेंसी तो। ਤਾਂ ਪੀਟੀਸੀ ਨਿਊਜ਼ ਦੀ ਖਬਰ ਦਾ ਵੱਡਾ ਅਸਰ ਹੁੰਦਾ ਵਿਖਾਈ ਦਿੱਤਾ। ਜੀ ਹਾਂ, ਲੋਕ ਸਭਾ 'ਚ ਆਈਟੀਬੀਪੀ ਦੀ ਮਹਿਲਾ ਕਮਾਂਡੈਂਟ ਦੇ ਨਾਲ ਜਬਰ ਜਨਾਹ ਦੀ ਕੋਸ਼ਿਸ਼ ਦਾ ਮਾਮਲਾ ਗੂੰਜਦਾ ਸੁਣਾਈ ਦਿੱਤਾ। ਕਾਂਗਰਸੀ ਸਾਂਸਦ ਰਵਨੀਤ ਬਿੱਟੂ ਨੇ ਪੱਤਰਕਾਰ ਦਲਜੀਤ ਸਿੰਘ ਦਾ ਨਾਮ ਲੈ ਕੇ ਇਸ ਖਬਰ ਦਾ ਹਵਾਲਾ ਦਿੱਤਾ। ਵਿਭਾਗੀ ਕਾਰਵਾਈ ਨਾ ਹੋਣ ਕਾਰਨ ਕਰੁਣਾਜੀਤ ਕੌਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਕਰੁਣਾਜੀਤ ਕੌਰ ਨੇ ਕੇਂਦਰੀ ਏਜੰਸੀ ਤੋਂ ਨਿਰਪੱਖ ਜਾਂਚ ਦੀ ਮੰਗ ਕੀਤੀ ਸੀ। ਕਰੁਣਾਜੀਤ ਕੌਰ ਨੇ ਬਟਾਲੀਅਨ 'ਚ ਔਰਤਾਂ ਦੇ ਨਾਲ ਸਰੀਰਕ ਸ਼ੋਸ਼ਣ ਹੋਣ ਦਾ ਇਲਜ਼ਾਮ ਲਾਇਆ ਸੀ। ਜੀ ਹਾਂ, ਅਸਿਸਟੈਂਟ ਕਮਾਂਡੈਂਟ ਦੇ ਅਹੁਦੇ ਤੇ ਤੈਨਾਤ ਸਨ ਕਰੁਣਾਜੀਤ, ਪਰ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਉਹਨਾਂ ਨੂੰ ਇਨਸਾਫ ਦੀ ਜੰਗ ਲੜਨ ਦੇ ਲਈ ਮਜਬੂਰ ਹੋਣਾ ਪਿਆ। ਐਸੇ ਤੇ ਖਬਰ ਨਸ਼ਰ ਕੀਤੀ ਸਾਡੇ ਸਹਿਯੋਗੀ ਦਲਜੀਤ ਵੱਲੋਂ, ਤੇ ਦਲਜੀਤ ਦਾ ਬਕਾਇਦਾ ਨਾਮ ਲੈ ਕੇ ਇਸ ਰਿਪੋਰਟ ਦਾ ਜ਼ਿਕਰ ਕੀਤਾ ਗਿਆ ਪਾਰਲੀਮੈਂਟ ਦੇ ਵਿੱਚ ਕਾਂਗਰਸੀ ਸਾਂਸਦ ਵੱਲੋਂ। ਤਾਂ ਹੁਣ ਇਸ ਦੇ ਉੱਪਰ ਇੱਕ ਵੱਡਾ ਐਕਸ਼ਨ ਹੁੰਦਾ ਵੀ ਵਿਖਾਈ ਦੇ ਰਿਹਾ। एक डेप्टी कमांडेंट लेवल की ऑफिसर जो लॉ ऑफिसर आईटीबीपी फोर्स में है, जिनका नाम करुणाजीत कौर, और एक डॉक्टर जो असिस्टेंट कमांडेंट पोस्ट पे थी, तो एक बहुत ही हमारे बड़े पत्रकार दलजीत सिंह ने ये बात उठाई। जिस दी आवाज बनया सी पीटीसी न्यूज, हुण उस आवाज नाल गूंजी देश दी संसद। सांसद रवनीत बिट्टू ने चुक्या मुद्दा, आईटीबीपी दी अफसर लई मंगिया इंसाफ। ਜਾਂ ਜਿਸ ਕਰੁਣਾਜੀਤ ਕੌਰ ਦੀ ਹੱਡ ਬੀਤੀ ਅਤੇ ਆਪਣੇ ਨਾਲ ਹੋਏ ਸ਼ੋਸ਼ਣ ਦੇ ਖਿਲਾਫ ਆਵਾਜ਼ ਚੁੱਕਣ ਦੇ ਜਜ਼ਬੇ ਨੂੰ ਪੀਟੀਸੀ ਨਿਊਜ਼ ਨੇ ਨਸ਼ਰ ਕੀਤਾ। ਤੁਸੀਂ ਇਹ ਤੋਂ ਅੰਦਾਜ਼ਾ ਲਾ ਲਓ ਕਿ ਮੈਂ ਡਿਪਟੀ ਕਮਾਂਡੈਂਟ ਮੇਜਰ ਰੈਂਕ ਦੇ ਬਰਾਬਰ ਹਾਂ ਤੇ ਇੱਕ ਕਾਂਸਟੇਬਲ ਹੱਥ ਪਾ ਦਿੰਦਾ ਆ ਤੇ ਜਿੱਥੇ ਸਿਚੁਏਸ਼ਨ ਪੁੱਠੀ ਹੋਵੇ। ਸੁਰੱਖਿਆ ਏਜੰਸੀਆਂ ਦੇ ਵਿੱਚ ਕੰਮ ਕਰਨ ਵਾਲੀਆਂ ਮਹਿਲਾਵਾਂ ਨਾਲ ਹੁੰਦੇ ਸਰੀਰਕ ਸ਼ੋਸ਼ਣ ਦੀ ਕੌੜੀ ਹਕੀਕਤ ਨੂੰ ਉਜਾਗਰ ਕੀਤਾ। ਮੈਂ ਤੁਹਾਨੂੰ ਸ਼ਾਰਟ 'ਚ ਇੰਨਾ ਹੀ ਦੱਸਣਾ ਚਾਹੂੰਗੀ ਕਿ ਲੇਡੀਜ਼ ਇੱਥੇ ਐਂਟਰਟੇਨਮੈਂਟ ਲਈ ਭਰਤੀ ਕੀਤੀਆਂ ਜਾਂਦੀਆਂ ਨੇ। ਉਹ ਆਵਾਜ਼ ਦੇਸ਼ ਦੀ ਸੰਸਦ ਦੇ ਵਿੱਚ ਵੀ ਗੂੰਜੀ ਜਦੋਂ ਲੁਧਿਆਣਾ ਤੋਂ ਸੰਸਦ ਰਵਨੀਤ ਬਿੱਟੂ ਨੇ ਖਾਸ ਤੌਰ ਤੇ ਪੀਟੀਸੀ ਨਿਊਜ਼ ਦੇ ਰਿਪੋਰਟਰ ਦਲਜੀਤ ਸਿੰਘ ਦਾ ਨਾਮ ਲੈ ਕੇ ਇਹ ਮੁੱਦਾ ਲੋਕ ਸਭਾ ਦੇ ਵਿੱਚ ਰੱਖਿਆ। एक डेप्टी कमांडेंट लेवल की ऑफिसर जो लॉ ऑफिसर आईटीबीपी फोर्स में है, जिनका नाम करुणाजीत कौर, और एक डॉक्टर जो असिस्टेंट कमांडेंट पोस्ट पे थी, तो एक बहुत ही हमारे बड़े पत्रकार दलजीत सिंह ने ये बात उठाई। सर, उनकी पोस्टिंग जो हुई, तो एक हमारे टैक्टिकल जो पोस्ट है मलारी में, उत्तराखंड में, वहां पे उनकी पोस्टिंग हुई। वो वहां ज्वाइन करने गए तो रात को जब ये दोनों डिप्टी कमांडर और असिस्टेंट कमांडर अपने रूम में सो रहे थे, तो बाहर से एक कांस्टेबल ने उनको रेप करने की कोशिश के लिए दरवाजे को तोड़ा, और एक दरवाजे पे चिटकनी बोल्ट ही नहीं था कोई, तो अंदर घुसने की कोशिश की। जब दोनों ने बहुत चिल्लाया, चीखा, तो बाहर ऑफिसर और लोग इकट्ठे हो गए, जिनकी वजह से वो बचे। दो लड़कियां ऑफिसर जंगल में, सर, जो एक बॉर्डर पे पोस्ट है, दोनों लड़कियों ने सारी रात सर अपनी बोलेरो गाड़ी में उसमें लॉक करके, सर, दोनों उस गाड़ी में सारी रात उन्होंने गुजारी। सर, एक मिनट, तो सर नेक्स्ट डे वो जोशीमठ जाके उन्होंने कंप्लेंट की, और कंप्लेंट के बाद आज तक सर जो कमांडेंट जब आया दूसरे दिन, उसने उस कमरे को उसकी चिटकनी लगवा दी और बाकी प्रबंध सब ठीक कर दिए, क्योंकि ना कोई सेंट्री पोस्ट थी, ना कोई लाइट थी। वो बाद में सेंट्री पोस्ट भी बना दी, लाइट भी लगा दी। सारे जो भी उसके अगेंस्ट बातें थी उनको सबको खत्म कर दिया। ਕਰੁਣਾਜੀਤ ਕੌਰ ਜੋ ਦੇਸ਼ ਦੀ ਸੁਰੱਖਿਆ ਕਰਨ ਦੇ ਮਕਸਦ ਨਾਲ ਇੰਡੋ ਤਿੱਬਤ ਬਾਰਡਰ ਫੋਰਸ ਦੇ ਵਿੱਚ ਕਮਾਂਡੈਂਟ ਦੇ ਅਹੁਦੇ ਤੇ ਭਰਤੀ ਹੋਈ, ਪਰ ਇੱਕ ਸਮਾਂ ਅਜਿਹਾ ਸੀ ਜਦੋਂ ਆਪਣੀ ਖੁਦ ਦੀ ਸੁਰੱਖਿਆ ਨੂੰ ਲੈ ਕੇ ਖਤਰਾ ਮਹਿਸੂਸ ਕਰ ਰਹੀ ਸੀ।
ਅਤੇ ਹੋਰ ਸ਼ਰਮਨਾਕ ਗੱਲ ਇਹ ਸੀ ਕਿ ਫੋਰਸ ਦੇ ਲੋਕਾਂ ਨੇ ਹੀ ਉਸ ਦਾ ਸਾਥ ਨਾ ਦਿੱਤਾ ਅਤੇ ਆਖਰਕਾਰ ਕਰੁਣਾਜੀਤ ਨੇ ਨੌਕਰੀ ਛੱਡ ਆਪਣੀ ਲੜਾਈ ਲੜਨ ਦਾ ਫੈਸਲਾ ਕੀਤਾ। ਇਸ ਲੜਾਈ ਦੇ ਵਿੱਚ ਉਸ ਦੀ ਆਵਾਜ਼ ਬਣਿਆ ਪੀਟੀਸੀ ਨਿਊਜ਼, ਜਿੱਥੇ ਨਾ ਸਿਰਫ ਉਸ ਦੀ ਹੱਡ ਬੀਤੀ ਨੂੰ ਨਸ਼ਰ ਕੀਤਾ ਗਿਆ। ਉਹ ਅੰਦਰ ਆਇਆ, ਉਹ ਦੂਸਰਾ ਦਰਵਾਜ਼ਾ ਖੋਲ ਕੇ ਮੈਂ ਦੂਜੇ ਦਰਵਾਜ਼ੇ ਨੂੰ ਉਹਨੂੰ ਫੜ ਲਿਆ ਔਰ ਉਹ ਕਹਿ ਰਿਹਾ ਮੈਡਮ ਮੈਂ 2 ਸਾਲ ਤੋਂ ਕਿਸੇ ਲੇਡੀ ਨੂੰ ਮੈਂ ਹੱਥ ਨਹੀਂ ਲਗਾਇਆ, ਮੈਨੂੰ ਲੇਡੀ ਚਾਹੀਦੀ ਹੈ। ਐਂਡ ਹੀ ਵਾਸ ਕਨਸਟੈਂਟਲੀ ਰਿਪੀਟਿੰਗ ਥੀਸ ਵਰਡਸ। ਸਗੋਂ ਕਈ ਪ੍ਰੋਗਰਾਮਾਂ ਦੇ ਜ਼ਰੀਏ ਇਸ ਮੁੱਦੇ ਨੂੰ ਵਾਰ-ਵਾਰ ਚੁੱਕਿਆ ਗਿਆ। ਆਈਟੀਬੀਪੀ ਦੇ ਸਾਬਕਾ ਡਿਪਟੀ ਕਮਾਂਡੈਂਟ ਕਰੁਣਾਜੀਤ ਕੌਰ ਨੇ ਕੁਝ ਧਮਾਕੇਦਾਰ ਖੁਲਾਸੇ ਕੀਤੇ ਨੇ। ਜਿਹੜਾ ਮਹਿਲਾਵਾਂ ਦਾ ਸ਼ੋਸ਼ਣ ਸਿਰਫ ਸਰੀਰਕ ਨਹੀਂ, ਮੈਂਟਲ, ਇਮੋਸ਼ਨਲ, ਫਿਜ਼ੀਕਲ ਹਰ ਤਰੀਕੇ ਦੇ ਨਾਲ ਉੱਥੇ ਮਹਿਲਾਵਾਂ ਦੀ ਹੈਰਾਸਮੈਂਟ ਹੈ। ਇਹੀ ਵਜ੍ਹਾ ਹੈ ਕਿ ਹੁਣ ਜਦੋਂ ਲੋਕ ਸਭਾ ਦੇ ਵਿੱਚ ਮਾਮਲੇ ਦੀ ਜਾਂਚ ਦੀ ਮੰਗ ਉੱਠੀ ਤਾਂ ਕਰੁਣਾਜੀਤ ਨੇ ਪੀਟੀਸੀ ਨਿਊਜ਼ ਦਾ ਵੀ ਧੰਨਵਾਦ ਕੀਤਾ। ਸਭ ਤੋਂ ਪਹਿਲੇ ਜੀ ਮੈਂ ਧੰਨਵਾਦੀ ਹਾਂ ਦਲਜੀਤ ਸਿੰਘ ਜੀ ਤੁਹਾਡੀ ਔਰ ਪੀਟੀਸੀ ਨਿਊਜ਼ ਦੀ, ਜਿਹੜੇ ਮੇਰੀ ਆਵਾਜ਼ ਬਣੇ, ਮੋਢੀ ਬਣੇ ਇਸ ਗੱਲ ਨੂੰ ਜਗ ਜ਼ਾਹਿਰ ਕਰਨ ਦੇ ਵਿੱਚ। ਔਰ ਉਸ ਤੋਂ ਬਾਅਦ ਪੂਰੇ ਰੀਜਨਲ ਮੀਡੀਆ ਨੇ ਜਿੱਦਾਂ ਮੇਰਾ ਸਾਥ ਦਿੱਤਾ, ਜਦ ਕਿ ਜਿਹੜਾ ਨੈਸ਼ਨਲ ਮੀਡੀਆ ਹੈ ਜਿਹਦੀ ਇਹ ਜੀ ਨੈਤਿਕ ਤੌਰ ਤੇ ਵੀ ਔਰ ਪ੍ਰੋਫੈਸ਼ਨਲ ਜ਼ਿੰਮੇਵਾਰੀ ਵੀ ਸੀ ਕਿ ਉਹ ਲੋਕਾਂ ਦੀ ਆਵਾਜ਼ ਬਣੇ, ਜਿਹੜੇ ਲੋਕਾਂ ਦੇ ਇੱਦਾਂ ਦੇ ਅਸਲੀ ਮੁੱਦੇ ਹੈਗੇ ਆ ਉਹਨਾਂ ਨੂੰ ਜਗ ਜ਼ਾਹਿਰ ਕਰੇ, ਉਹ ਪਿੱਠ ਦਿਖਾ ਗਿਆ ਸੀ। ਇਸ ਕਰਕੇ ਮੈਂ ਬਹੁਤ ਆਭਾਰੀ ਹਾਂ ਜੀ ਤੁਹਾਡੀ ਸਭ ਦੀ, ਆਪਣੇ ਖੇਤਰੀ ਮੀਡੀਆ ਦੀ ਜੀ। ਜਿੱਥੇ ਤੱਕ ਗੱਲ ਹੈ ਕਿ ਲੋਕ ਸਭਾ ਦੇ ਵਿੱਚ ਇਹ ਮੁੱਦਾ ਉੱਠਿਆ ਹੈ, ਇਹਦਾ ਅੱਗੇ ਕੀ ਹੋਏਗਾ ਤੇ ਜਿੱਦਾਂ ਦੇ ਮੁਲਕ ਦੇ ਵਿੱਚ ਅੱਜ ਕੱਲ੍ਹ ਹਾਲਾਤ ਚੱਲ ਰਹੇ ਨੇ, ਜੋ ਕੁਝ ਔਰਤਾਂ ਦੇ ਨਾਲ ਹੋ ਰਿਹਾ ਹੈ ਉਹਦੇ ਚੱਲਦੇ ਵਕਤ ਹੀ ਦੱਸੇਗਾ ਕਿ ਇਹਦੇ ਉੱਤੇ ਕੁਝ ਹੁੰਦਾ ਹੈ ਜਾਂ ਨਹੀਂ। ਜੇ ਹੁੰਦਾ ਹੈ ਤਾਂ ਕੀ ਹੁੰਦਾ ਹੈ। ਅੱਜ ਦੀ ਡੇਟ ਦੇ ਵਿੱਚ ਮੈਂ ਇਹਦੇ ਉੱਤੇ ਕੋਈ ਟਿੱਪਣੀ ਨਹੀਂ ਕਰ ਸਕਦੀ। ਸਖਤ ਕਾਨੂੰਨਾਂ ਦੇ ਬਾਵਜੂਦ ਦੇਸ਼ ਦੇ ਵਿੱਚ ਬੇਟੀਆਂ ਸੁਰੱਖਿਅਤ ਨਹੀਂ ਨੇ ਅਤੇ ਇਨਸਾਫ ਦੀ ਲੜਾਈ ਲੜਨਾ ਵੀ ਆਸਾਨ ਨਹੀਂ। ਪਰ ਕਰੁਣਾਜੀਤ ਦੇ ਜਜ਼ਬੇ ਨੇ ਇਸ ਜ਼ਰੂਰੀ ਮੁੱਦੇ ਨੂੰ ਨਾ ਸਿਰਫ ਚਰਚਾ ਦੇ ਵਿੱਚ ਲਿਆਂਦਾ, ਸਗੋਂ ਪੀਟੀਸੀ ਨਿਊਜ਼ ਨੇ ਵੀ ਇੱਕ ਜ਼ਿੰਮੇਵਾਰ ਚੈਨਲ ਦੇ ਤੌਰ ਤੇ ਇੱਕ ਵਾਰ ਫਿਰ ਤੋਂ ਖੁਦ ਨੂੰ ਸਾਬਤ ਕੀਤਾ। ਦਲਜੀਤ ਸਿੰਘ, ਪੀਟੀਸੀ ਨਿਊਜ਼, ਚੰਡੀਗੜ੍ਹ।